हेलो एवरीवन एंड वेलकम बैक टू लर्निंग पीक चैनल ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਹੜਾ ਅੱਜ ਦਾ ਸੈਸ਼ਨ ਹੈ ਇਹ ਆਪਣਾ ਲੈਕਚਰ 2 ਹੈ ਸਿਵਿਕਸ ਦਾ। ਸਿਲੇਬਸ ਜਿਹੜਾ ਉਹ ਆਪਣਾ TGT ਸੋਸ਼ਲ ਸਾਇੰਸ ਦਾ ਆਣਾ ਹੈ ਉਹਦੇ ਅਕੋਰਡਿੰਗਲੀ ਹੀ ਮੈਂ ਪੜ੍ਹਾ ਰਹੀ ਹਾਂ। ਇਹ ਜਿਹੜੀ ਕ੍ਰੋਨੋਲੋਜੀਕਲ ਆਰਡਰ ਹੈ ਫॉर ਇਵੈਂਟਸ ਇਹਦਾ ਮਤਲਬ ਕੀ ਹੈ ਕਿ ਕਿਵੇਂ ਲੜੀਦਾਰ ਸਾਰੇ ਇਵੈਂਟ ਹੁੰਦੇ ਰਹੇ, ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਜਦੋਂ ਬ੍ਰਿਟਿਸ਼ਰਸ ਜਦੋਂ ਅੰਗਰੇਜ਼ ਆਪਣੇ ਭਾਰਤ ਦੇ ਵਿੱਚ ਰਾਜ ਕਰ ਰਹੇ ਸੀ ਕਿਵੇਂ ਕੀ ਹੋਇਆ। ਠੀਕ ਹੈ, ਹੁਣ ਆਪਾਂ ਨੇ ਜਿਹੜਾ ਪਹਿਲਾ ਟੌਪਿਕ ਹੈ ਸਿਲੇਬਸ ਦਾ ਉਹ ਹੈ ਪਾਰਲੀਮੈਂਟ। ਆਪਾਂ ਨੇ ਉੱਥੇ ਤੱਕ ਪਹੁੰਚਣਾ ਹੈ, ਪਰ ਉਸਦੇ ਪਹਿਲੇ ਜਿਹੜੇ ਸਾਰੇ ਇਵੈਂਟ ਹੋਏ ਸੀ ਜਿਹੜੇ ਇੰਪੋਰਟੈਂਟ ਨੇ ਪੇਪਰ 'ਚ ਆਉਂਦੇ ਨੇ ਉਹ ਆਪਾਂ ਨੇ ਸਾਰੇ ਧਿਆਨ ਨਾਲ ਪੜ੍ਹਨੇ ਨੇ। ਇਹ ਸਾਰੇ ਸੈਕਸ਼ਨਸ ਬਹੁਤ ਛੋਟੇ ਛੋਟੇ ਹੋਣਗੇ, 15 ਮਿੰਟ ਦੀ ਮੈਕਸਿਮਮ ਵੀਡੀਓ ਹੋਊਗੀ ਇਹ। ਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਕੰਪਨੀ ਰੂਲ ਤੋਂ। ਕੰਪਨੀ ਰੂਲ ਮਤਲਬ ਕਿਹੜੀ ਕੰਪਨੀ? ਜਿਹੜੀ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਦੱਸੀ ਸੀ, ਈਸਟ ਇੰਡੀਆ ਕੰਪਨੀ। ਉਹਨੇ ਆਪਣੇ ਭਾਰਤ ਦੇ ਉੱਤੇ ਵਪਾਰ ਕਰਨ ਦੇ ਲਈ ਆਪਣਾ ਆਉਣਾ ਸ਼ੁਰੂ ਕੀਤਾ ਸੀ। ਉਹਨਾਂ ਨੂੰ ਇੱਕ ਚਾਰਟਰ ਮਿਲ ਗਿਆ ਸੀਗਾ ਉੱਥੇ ਦੀ ਜਿਹੜੀ ਇੰਗਲੈਂਡ ਦੀ ਰਾਣੀ ਸੀ ਉਹ ਤੋਂ। ਚਾਰਟਰ ਦਾ ਕੀ ਮਤਲਬ ਹੁੰਦਾ? ਜਿਹੜਾ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਦੱਸਿਆ ਸੀ, ਚਾਰਟਰ ਦਾ ਮਤਲਬ ਹੁੰਦਾ ਇੱਕ ਰਿਟਨ ਡਾਕੂਮੈਂਟ, ਲੀਗਲ ਡਾਕੂਮੈਂਟ ਮਿਲ ਗਿਆ ਸੀਗਾ ਈਸਟ ਇੰਡੀਆ ਕੰਪਨੀ ਨੂੰ ਕਿ ਤੁਸੀਂ ਭਾਰਤ 'ਤੇ ਜਾ ਕੇ ਤੁਸੀਂ ਵਪਾਰ ਕਰ ਸਕਦੇ ਹੋ ਤੇ ਤੁਹਾਡਾ ਉੱਥੇ ਕੋਈ ਕੰਪੀਟੀਟਰ ਨਹੀਂ ਹੋਊਗਾ ਬਾਹਰਲੇ ਮੁਲਕਾਂ ਦਾ, ਸਪੈਸ਼ਲੀ ਇੰਗਲੈਂਡ ਦਾ, ਤੇ ਤੁਸੀਂ ਆਪਣਾ ਆਰਾਮ ਨਾਲ ਜਾਓ ਉੱਥੇ ਵਪਾਰ ਕਰੋ। ਹੁਣ ਇਹ ਕੰਪਨੀ ਦਾ ਰੂਲ ਭਾਰਤ ਤੇ ਕਦੋਂ ਤੱਕ ਰਿਹਾ? ਠੀਕ ਹੈ, ਲੀਗਲੀ ਕਦੋਂ ਤੱਕ ਰਿਹਾ? ਇਹ ਸ਼ੁਰੂ ਹੁੰਦਾ ਹੈ 1773 ਤੋਂ ਲੈ ਕੇ 1858 ਤੱਕ। ਠੀਕ ਹੈ, ਕਿਉਂ ਹੁੰਦਾ ਹੈ 1773 ਤੋਂ ਲੈ ਕੇ? ਮੈਂ ਲਾਸਟ ਵੀਡੀਓ 'ਚ ਤੁਹਾਨੂੰ ਦੱਸਿਆ ਸੀਗਾ ਕਿ ਬੈਟਲ ਆਫ ਬਕਸਰ ਹੋਈ ਸੀ 1764 'ਚ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਜਿਹੜੇ ਇਹ ਅੰਗਰੇਜ਼ ਸੀਗੇ ਕੰਪਨੀ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਦੀਵਾਨੀ ਮਿਲ ਗਈ ਸੀ। ਕਿਹਦੀ ਮਿਲੀ ਸੀ? ਉੜੀਸਾ ਦੀ, ਬੰਗਾਲ ਦੀ, ਹਨਾ, ਇਹ ਵਾਲੀ ਰਾਜਾਂ ਦੀ ਜਿੱਥੋਂ ਇਹ ਵਪਾਰ ਕਰ ਰਹੇ ਸੀ ਉੱਥੇ ਦੀ ਇਹਨਾਂ ਨੂੰ ਦੀਵਾਨੀ ਮਿਲ ਗਈ ਸੀ। ਹੁਣ ਚਲੋ ਅੱਜ ਦਾ ਅਗਲਾ ਜਿਹੜਾ ਸੈਸ਼ਨ ਹੈ ਇੰਪੋਰਟੈਂਟ ਉਹ ਆਪਾਂ ਸਟਾਰਟ ਕਰਦੇ ਹਾਂ। ਹੁਣ ਜਿਹੜਾ ਅੱਜ ਦਾ ਟੌਪਿਕ ਹੈ ਉਹਦਾ ਨਾਮ ਹੈ ਰੈਗੂਲੇਸ਼ਨ ਐਕਟ ਆਫ 1773। ਇਹ ਸਭ ਤੋਂ ਪਹਿਲਾ ਰੈਗੂਲੇਸ਼ਨ ਐਕਟ ਹੈ ਜਿਹੜਾ ਆਪਾਂ ਨੂੰ ਮਿਲਦਾ ਹੈ। ਠੀਕ ਹੈ, ਇਸ ਰੈਗੂਲੇਸ਼ਨ ਐਕਟ ਦੇ ਤਹਿਤ ਕੀ ਹੋਇਆ ਉਹ ਤੁਹਾਨੂੰ ਹੁਣ ਮੈਂ ਪੜ੍ਹਾਉਂਦੀ ਹਾਂ। ਹੁਣ ਗੱਲ ਇੰਨੀ ਕੁ ਹੈ ਕਿ ਜਿਹੜੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਲੀਡਰ ਸੀ ਜਿਹੜੇ ਉਰੇ ਆਏ ਸੀ ਵਪਾਰ ਕਰਨ ਲਈ, ਜਿਹੜਾ ਉਹਨਾਂ ਦਾ ਸਾਰਾ ਕੁਝ ਦੇਖ ਰਹੇ ਸੀ, ਭਾਗ ਦੌੜ ਜਿਨ੍ਹਾਂ ਦੇ ਹੱਥ 'ਚ ਸੀ, ਉਹਨਾਂ 'ਚੋਂ ਇੱਕ ਲੀਡਰ ਸੀਗਾ ਰੋਬਰਟ ਕਲੀਵ। ਉਹਨੇ ਸੋਚਿਆ ਕਿ ਆਪਾਂ ਉਰੇ ਭਾਰਤ ਦੇ ਰਾਜਿਆਂ ਨੂੰ ਟੈਕਸ ਦਿੰਦੇ ਹਾਂ। ਠੀਕ ਹੈ, ਹੁਣ ਕਿਉਂਕਿ ਉਰੇ ਵਪਾਰ ਕਰਦੇ ਸੀ ਤਾਂ ਉਹਨਾਂ ਨੂੰ ਟੈਕਸ ਤਾਂ ਦੇਣਾ ਹੀ ਸੀਗਾ। ਜੇ ਆਪਾਂ ਭਾਰਤ ਦੇ ਰਾਜਿਆਂ ਦੇ ਜਿਹੜੇ ਰਾਜ ਨੇ ਉਹਨਾਂ ਨੂੰ ਕਾਬੂ ਕਰ ਲਈਏ ਤਾਂ ਆਪਾਂ ਨੂੰ ਟੈਕਸ ਨਹੀਂ ਦੇਣਾ ਪਊ ਤੇ ਆਪਾਂ ਨੂੰ ਹੋਰ ਮੁਨਾਫਾ ਹੋਊਗਾ। ਹਰ ਕੰਪਨੀ ਦਾ ਕੀ ਏਮ ਹੁੰਦਾ ਹੈ? ਪ੍ਰੋਫਿਟ ਕੱਢਣਾ। ਤਾਂ ਹੁਣ ਕੀ ਹੋਇਆ ਕਿ ਉਰੇ ਉਹਨਾਂ ਨੇ ਲੜਾਈਆਂ ਲੜੀਆਂ, ਦੋ ਮੇਜਰ ਲੜਾਈਆਂ ਜਿਹੜੀਆਂ ਲੜੀਆਂ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਦੱਸੀਆਂ ਸੀਗੀਆਂ। ਕਿਹੜੀਆਂ ਲੜੀਆਂ ਸੀ? ਇੱਕ ਤਾਂ ਬੈਟਲ ਆਫ ਪਲਾਸੀ ਔਰ ਦੂਸਰੀ ਬੈਟਲ ਆਫ ਬਕਸਰ ਜਿਹੜੀ ਹੋਈ ਸੀਗੀ 1764 'ਚ, ਬੈਟਲ ਆਫ ਬਕਸਰ। ਉਸ ਤੋਂ ਬਾਅਦ ਇਹਨਾਂ ਨੂੰ ਦੀਵਾਨੀ ਮਿਲ ਗਈ ਸੀ ਆਪਣੀ ਬੰਗਾਲ ਦੀ, ਉੜੀਸਾ ਸੀ, ਉਧਰਲੇ ਪਾਸੇ ਸਮੁੰਦਰ ਹੈ ਨਾ। ਲੌਜੀਕਲੀ ਪੜ੍ਹੋ, ਐਂ ਪੜ੍ਹੋ ਹਿਸਟਰੀ ਨੂੰ, ਪੋਲਿਟੀ ਨੂੰ, ਕਿ ਜਿਵੇਂ ਤੁਸੀਂ ਉਹ ਘਟਨਾ ਦੇ ਵਿੱਚ ਖੜੇ ਹੋ। ਜਦੋਂ ਤੁਸੀਂ ਵਿੱਚ ਡੁੱਬ ਕੇ ਪੜ੍ਹੋਗੇ ਨਾ ਤੁਹਾਨੂੰ ਸਾਰੇ ਈਅਰਸ ਯਾਦ ਹੋ ਜਾਣਗੇ। ਹੁਣ ਦੇਖੋ ਆਪਾਂ ਜਦੋਂ ਮੈਪ ਦੇਖਦੇ ਹਾਂ ਹਿਸਟਰੀ 'ਚ ਲਾ ਲਓ, ਪੋਲੀਟੀਕਲ ਸਾਇੰਸ 'ਚ ਲਾ ਲਓ, ਤਾਂ ਜਿਹੜੇ ਉੜੀਸਾ, ਬਿਹਾਰ ਇੱਧਰਲੀ ਸਾਈਡ ਇੱਧਰ ਆਪਣੇ ਕੀ ਨੇ? ਸਮੁੰਦਰ ਨੇ, ਹਨਾ। ਤਾਂ ਉੱਧਰੋਂ ਵਪਾਰ ਕਰ ਰਹੇ ਸੀ ਤਾਂ ਦੀਵਾਨੀ ਵੀ ਉਹਨਾਂ ਨੂੰ ਉੱਧਰਲੇ ਪਾਸੇ ਸਭ ਤੋਂ ਪਹਿਲਾਂ ਹੀ ਮਿਲੂਗੀ ਨਾ। ਫਿਰ ਉਹ ਭਾਰਤ ਦੇ ਅੰਦਰ ਅੰਦਰ ਵੜਦੇ ਰਹੇ ਤੇ ਸਭ ਤੋਂ ਆਖਿਰ 'ਚ ਉਹਨਾਂ ਨੇ ਪੰਜਾਬ ਤੇ ਆਪਣਾ ਸ਼ਾਸਨ ਕੀਤਾ। ਉਹ ਚਲੋ ਬਾਅਦ ਦੀਆਂ ਗੱਲਾਂ ਨੇ। ਹੁਣ ਆਪਾਂ ਇਹ ਪੜ੍ਹਨਾ ਅੱਜ ਰੈਗੂਲੇਸ਼ਨ ਐਕਟ 1773। ਇਹ ਪਹਿਲਾ ਇਵੈਂਟ ਸੀ, ਤੁਸੀਂ ਆਪਣੀ ਕਾਪੀ ਤੇ ਲਿਖ ਲਓ ਇਸਦਾ ਨਾਮ। ਲੜੀਬੰਦ ਆਪਾਂ ਨੇ ਸਾਰੇ ਪੜ੍ਹਨੇ ਨੇ ਇਹ ਐਕਟ ਤੇ ਬਹੁਤ ਆਸਾਨ ਨੇ, ਟੂ ਦਾ ਪੁਆਇੰਟ ਹੀ ਮੈਂ ਤੁਹਾਨੂੰ ਜਿਹੜੇ ਇੰਪੋਰਟੈਂਟ ਨੇ ਉਹੀ ਪੁਆਇੰਟਸ ਦੱਸ ਰਹੀ ਹਾਂ, ਪਰ ਸਾਰਾ ਕੁਝ ਕਵਰ ਹੈ। ਠੀਕ ਹੈ, ਹੁਣ ਕੀ ਹੋ ਰਿਹਾ ਸੀ ਜਦੋਂ ਰੋਬਰਟ ਕਲੀਵ ਵਰਗੇ ਜਿਹੜੇ ਲੀਡਰ ਸੀ ਕੰਪਨੀ ਦੇ, ਉਹ ਜਦੋਂ ਜਾਂਦੇ ਸੀ ਨਾ ਬ੍ਰਿਟਿਸ਼ 'ਚ, ਮਤਲਬ ਇੰਗਲੈਂਡ ਜਾਂਦੇ ਸੀ, ਉਦੋਂ ਕੀ ਹੁੰਦਾ ਸੀ ਉੱਥੇ ਜਦੋਂ ਰਿਚ ਹੋ ਰਹੇ ਸੀ ਇੰਨੇ ਉਰੇ। ਹੁਣ ਓਬਵੀਅਸ ਜੀ ਗੱਲ ਹੈ ਕਿ ਕੁਛ ਗਿਫਟ ਮਿਲਦੇ ਸੀ ਉਹਨਾਂ ਨੂੰ ਰਾਜਿਆਂ ਤੋਂ, ਕੁਛ ਉਹ ਆਪਣਾ ਕਰਪਸ਼ਨ ਕਰਦੇ ਸੀ। ਤਾਂ ਜਿਹੜੀ ਪਾਰਲੀਮੈਂਟ ਸੀ ਨਾ ਬ੍ਰਿਟਿਸ਼ ਦੀ,
ਉਹ ਇਹ ਨੋਟਿਸ ਕਰ ਰਹੀ ਸੀ ਕਿ ਜਿਹੜੇ ਵੀ ਜਿੰਨੇ ਵੀ ਇਹ ਇੰਪਲੋਇਜ਼ ਅਸੀਂ ਜਿਹੜੀ ਕੰਪਨੀ ਦੇ ਉੱਧਰ ਭੇਜੇ ਹੋਏ ਨੇ ਇਹ ਸਭ ਤੋਂ ਅਮੀਰ ਹੋ ਰਹੇ ਨੇ ਹਨਾ। ਤਾਂ ਉਹਨਾਂ ਦੇ ਮਨ 'ਚ ਆਇਆ ਕਿ ਭਾਰਤ ਇੰਨਾ ਅਮੀਰ ਹੈ ਕਿ ਆਪਾਂ ਨੂੰ ਵੀ ਥੋੜ੍ਹਾ ਇਸ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਜਿਹੜੇ ਕੰਪਨੀ ਦੇ ਆਪਣੇ ਲੀਡਰ ਨੇ ਜਿਹੜੇ ਉੱਥੇ ਜਾ ਕੇ ਵਪਾਰ ਕਰ ਰਹੇ ਨੇ ਹਨਾ, ਇਹ ਸਾਨੂੰ ਟੈਕਸ ਵੀ ਦਿੰਦੇ ਨੇ। ਟੈਕਸ ਦੇਣ ਤੋਂ ਬਾਅਦ ਵੀ ਬ੍ਰਿਟਿਸ਼ 'ਚ ਇੰਗਲੈਂਡ ਨੂੰ ਟੈਕਸ ਦੇਣ ਤੋਂ ਬਾਅਦ ਵੀ ਕਿੰਨੇ ਅਮੀਰ ਨੇ। ਤਾਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਲਾਲਚ ਆਇਆ, ਉਹਨਾਂ ਨੂੰ ਪਤਾ ਚੱਲ ਗਿਆ ਕਿ ਜਿਹੜਾ ਇਹ ਭਾਰਤ ਹੈ ਇਹ ਕੀ ਹੈ, ਸੋਨੇ ਦੀ ਚਿੜੀਆ। ਤਾਂ ਉਹਨਾਂ ਨੇ ਐਕਟ ਕੱਢਣੇ ਸ਼ੁਰੂ ਕਰਤੇ। ਥੋੜਾ ਲੀਗਲ ਕੰਟਰੋਲ ਸੀਗਾ ਜਿਹੜਾ ਈਸਟ ਇੰਡੀਆ ਕੰਪਨੀ ਤੇ ਉਹ ਕਰਨਾ ਸ਼ੁਰੂ ਕਰਤਾ, ਥੋੜਾ, ਬਹੁਤ ਨਹੀਂ, ਥੋੜਾ। ਤਾਂ ਪਹਿਲਾ ਜਿਹੜਾ ਰੈਗੂਲੇਸ਼ਨ ਐਕਟ ਹੈ ਉਹ ਕਿਹੜਾ ਹੈ, 1773। ਪਹਿਲਾ ਕਿਹੜਾ ਹੈ, 1773 ਦਾ ਰੈਗੂਲੇਸ਼ਨ ਐਕਟ। ਠੀਕ ਹੈ, ਇਸ 'ਚ ਕੀ ਹੋਇਆ, ਸਭ ਤੋਂ ਪਹਿਲਾਂ ਬ੍ਰਿਟਿਸ਼ ਗੌਰਮੈਂਟ ਟੁੱਕ ਦ ਫਸਟ ਸਟੈਪ ਟੂ ਕੰਟਰੋਲ ਐਂਡ ਰੈਗੂਲੇਟ ਦ ਅਫੇਅਰਸ ਆਫ ਈਸਟ ਇੰਡੀਆ ਕੰਪਨੀ। ਜਿਵੇਂ ਕਿ ਮੈਂ ਉਹਨੇ ਤੁਹਾਨੂੰ ਦੱਸਿਆ ਕਿ ਜਦੋਂ ਦੇਖ ਰਹੇ ਸੀ ਕਿ ਇਹਨਾਂ ਕੋਲ ਇੰਨਾ ਧਨ ਆ ਰਿਹਾ ਹੈ, ਇੰਨੇ ਅਮੀਰ ਹੋ ਰਹੇ ਨੇ ਜਿਹੜੇ ਉੱਧਰ ਕੰਪਨੀ ਦੇ ਇੰਪਲੋਇਜ਼ ਨੇ, ਇੰਨਾ ਮਤਲਬ ਅਮੀਰ ਕਿਵੇਂ ਹੋ ਰਹੇ ਨੇ। ਤਾਂ ਉਹਨਾਂ ਨੇ ਉੱਥੇ ਕੀ ਕਰਤਾ, ਬ੍ਰਿਟਿਸ਼ ਗਵਰਨਮੈਂਟ ਸੀ ਜਿਹੜੀ, ਪਾਰਲੀਮੈਂਟ ਸੀ, ਉਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰਤਾ ਜਿੰਨੇ ਵੀ ਈਸਟ ਇੰਡੀਆ ਕੰਪਨੀ ਦੇ ਅਫੇਅਰ ਨੇ ਉਹਨਾਂ ਤੇ। ਠੀਕ ਹੈ, ਦੂਜਾ ਪੁਆਇੰਟ ਕੀ ਹੈ, ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਫੰਕਸ਼ਨਸ ਵਰ ਫਸਟ ਟਾਈਮ ਰਿਕੋਗਨਾਈਜ਼ਡ। ਹੁਣ ਜਿਹੜੇ ਈਸਟ ਇੰਡੀਆ ਕੰਪਨੀ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਕੰਮ ਕਰਨ ਦਾ ਤਰੀਕਾ ਸੀਗਾ, ਜਿਹੜੇ ਪੋਲੀਟੀਕਲ ਅਫੇਅਰ ਸੀਗੇ, ਸਾਰੇ ਉਹਨਾਂ ਨੂੰ ਰਿਕੋਗਨਾਈਜੇਸ਼ਨ ਮਿਲ ਗਈ। ਉਹ ਮਤਲਬ ਨਜ਼ਰ 'ਚ ਆਉਣ ਲੱਗ ਗਏ ਕਿ ਹੁਣ ਅੱਛਾ ਇਹ ਇਹਨਾਂ ਨੇ ਇੰਨਾ ਟੈਕਸ ਦਿੱਤਾ ਹੈ, ਉਹਨਾਂ ਦੇ ਡਾਕੂਮੈਂਟ ਚੈੱਕ ਹੋਣ ਲੱਗ ਗਏ, ਇਹਨਾਂ ਨੂੰ ਦੀਵਾਨੀ ਮਿਲ ਗਈ ਉੱਥੇ ਦੀ, ਤਾਂ ਇਹ ਉੱਥੇ ਕੀ ਕਰ ਰਹੇ ਨੇ, ਉਹ ਸਭ ਚੀਜ਼ਾਂ ਸਰਕਾਰ ਨੇ ਆਪਣੇ ਨਜ਼ਰਬੰਦ ਕਰਨੀਆਂ ਸ਼ੁਰੂ ਕਰਤੀਆਂ। ਤੀਸਰਾ ਪੁਆਇੰਟ ਕੀ ਹੈ, ਫਾਊਂਡੇਸ਼ਨ ਆਫ ਸੈਂਟਰਲ ਐਡਮਿਨਿਸਟ੍ਰੇਸ਼ਨ ਇਨ ਇੰਡੀਆ। ਹੁਣ ਦੇਖੋ ਐਡਮਿਨਿਸਟ੍ਰੇਸ਼ਨ ਵੀ ਤਿੰਨ ਤਰੀਕੇ ਦੀ ਹੁੰਦੀ ਹੈ। ਪ੍ਰੋਵਿੰਸ਼ੀਅਲ ਸੀਗੀ ਜਿਹੜੀ ਹੁਣ ਆਪਾਂ ਸਟੇਟਸ ਕਹਿ ਦਿੰਦੇ ਹਾਂ, ਸੈਂਟਰ ਤਾਂ ਆਪਣੀ ਅੱਜ ਵੀ ਉਹੀ ਹੈ, ਸੈਂਟਰ ਐਡਮਿਨਿਸਟ੍ਰੇਸ਼ਨ। ਠੀਕ ਹੈ, ਫਿਰ ਚੌਥੀ ਹੈ ਜਿਹੜੀ ਯੂਨੀਅਨ ਹੁੰਦੀ ਹੈ ਨਾ, ਜਿਹੜੀ ਆਪਾਂ ਕਨਕਰੈਂਟ ਲਿਸਟ ਪੜ੍ਹਦੇ ਹਾਂ ਉਹਨੂੰ ਆਪਾਂ ਯੂਨੀਅਨ ਕਹਿ ਦਿੰਦੇ ਹਾਂ। ਪਹਿਲਾਂ ਯੂਨੀਅਨ ਕਹਿੰਦੇ ਸੀਗੇ ਸੈਂਟਰ ਔਰ ਸਟੇਟ ਦੀ। ਹੁਣ ਕੀ ਹੋ ਰਿਹਾ ਸੀਗਾ, ਪਹਿਲਾ ਸਟੈਪ ਸੀਗਾ ਜਿਹੜਾ ਕਿ ਸੈਂਟਰ 'ਚ ਜਿਹੜਾ ਮਤਲਬ ਇੱਕ ਐਡਮਿਨਿਸਟ੍ਰੇਸ਼ਨ ਬਣਾਉਣਾ ਹੈ ਜਿਹੜਾ ਬਾਕੀ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰੇ, ਉਹਦੀ ਨੀਂਹ ਰੱਖਦੀ ਸੀਗੀ ਕਿਹਨੇ, ਰੈਗੂਲੇਸ਼ਨ ਐਕਟ ਆਫ 1773। ਮੈਂ ਬਾਰ-ਬਾਰ ਇਸ ਲਈ ਰਿਪੀਟ ਕਰਦੀ ਹਾਂ ਕਿ ਕਈ ਵਾਰ ਆਪਣੇ ਦਿਮਾਗ 'ਚ ਰਹਿ ਜਾਂਦਾ, ਕੁਐਸਚਨ ਆ ਜਾਂਦਾ ਕਿ ਇਹਦਾ ਕੁਐਸਚਨ ਕੀ ਬਣੂਗਾ ਕਿ ਸਭ ਤੋਂ ਪਹਿਲਾਂ ਫਾਊਂਡੇਸ਼ਨ ਕਿਹੜੀ ਰੱਖੀ ਗਈ ਸੈਂਟਰਲ ਐਡਮਿਨਿਸਟ੍ਰੇਸ਼ਨ ਦੀ, ਕਦੋਂ ਰੱਖੀ ਗਈ ਸੀ। ਤਾਂ ਆਪਾਂ ਕੀ ਇਹਦਾ ਆਨਸਰ ਜਿਹੜਾ ਆਪਸ਼ਨ ਹੋਣਗੇ ਬਾਕੀ ਉਹਨਾਂ 'ਚੋਂ ਜਿਹੜਾ ਆਨਸਰ ਸਹੀ ਹੈ ਉਹ ਕਿਹੜਾ ਹੈ, 1773। ਜਦੋਂ ਤੁਸੀਂ ਪੜ੍ਹਦੇ ਹੋ ਨਾ ਤਾਂ ਆਪਣੇ ਦਿਮਾਗ 'ਚ ਕੁਐਸਚਨ ਲੈ ਕੇ ਆਇਆ ਕਰੋ ਕਿ ਇਹਦਾ ਕੀ ਬਣ ਸਕਦਾ ਹੈ ਕੁਐਸਚਨ, ਫਿਰ ਤੁਹਾਨੂੰ ਰਿਟੇਨ ਰਹੂਗਾ ਚੀਜ਼। ਹੁਣ ਇਹ ਬੜਾ ਇੰਪੋਰਟੈਂਟ ਹੈ ਅਗਲਾ ਪੁਆਇੰਟ, ਗਵਰਨਰ ਆਫ ਬੰਗਾਲ ਸੀ ਜਿਹੜਾ, ਉਹਨੂੰ ਹੁਣ ਗਵਰਨਰ ਜਨਰਲ ਬਣਾਤਾ ਬੰਗਾਲ ਦਾ। ਕਿਉਂ ਬਣਾਤਾ, ਕਿਉਂਕਿ ਕੰਪਨੀ ਨੇ ਉੱਪਰ ਜਿਹੜਾ ਹੁਣ ਪਾਰਲੀਮੈਂਟ ਦਾ ਰਾਈਟ ਹੋਣ ਲੱਗ ਗਿਆ। ਤਾਂ ਜਿਹੜੀ ਉਹਨਾਂ ਦੀ ਉੱਥੇ ਇੰਗਲੈਂਡ 'ਚ ਜਿੰਨੇ ਵੀ ਲੀਗਲ ਤਬਕੇ ਸੀਗੇ ਹਨਾ, ਜਿਹੜੇ ਆਪਾਂ ਕਹਿ ਦਿੰਦੇ ਟਾਈਟਲਸ, ਉਹ ਹੁਣ ਭਾਰਤ ਤੇ ਵੀ ਉਹਨਾਂ ਨੇ ਲਾਗੂ ਕਰਨੇ ਸ਼ੁਰੂ ਕਰਤੇ। ਤਾਂ ਜਿਹੜਾ ਬੰਗਾਲ ਦਾ ਗਵਰਨਰ ਸੀ ਹੁਣ ਉਹਨੂੰ ਕੀ ਕਹਿਣਾ ਸ਼ੁਰੂ ਕਰਤਾ, ਗਵਰਨਰ ਜਨਰਲ ਆਫ ਬੰਗਾਲ। ਹੁਣ ਜਿਹੜਾ ਕੁਐਸਚਨ ਬਣੂਗਾ ਕਿ ਫਸਟ ਟਾਈਮ ਕਿਹੜਾ ਆਪਣਾ ਗਵਰਨਰ ਜਨਰਲ ਸੀਗਾ ਬੰਗਾਲ ਦਾ, ਕਿਹੜਾ ਸੀਗਾ, ਲਾਰਡ ਵਾਰਨ ਹੈਸਟਿੰਗ। ਠੀਕ ਹੈ, ਇਹ ਸੀਗਾ ਆਪਣਾ ਭਾਰਤ ਦਾ ਸਭ ਤੋਂ ਪਹਿਲਾ ਗਵਰਨਰ ਜਨਰਲ ਆਫ ਬੰਗਾਲ। ਇਹ ਕੁਐਸਚਨ ਆਂਦਾ ਹੈ, ਇਹਨੂੰ ਇੰਪੋਰਟੈਂਟ ਮਾਰਕ ਕਰ ਲਓ, ਆਪਣੀ ਕਾਪੀ ਤੇ ਲਿਖ ਲਓ। ਠੀਕ ਹੈ, ਔਰ ਇਹ ਕਦੋਂ ਮਤਲਬ ਜਿਹੜਾ ਇਹ ਟਾਈਟਲ ਚੇਂਜ ਕਦੋਂ ਹੋਇਆ ਸੀਗਾ, ਰੈਗੂਲੇਸ਼ਨ ਐਕਟ ਆਫ 1773, ਜਦੋਂ ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਤਾ ਸੀ। ਕੌਣ ਸੀਗਾ ਉਹਦਾ ਜਿਹੜਾ ਲੀਡਰ ਸੀ, ਜਿਹੜਾ ਗਵਰਨਰ ਜਨਰਲ ਸੀਗਾ, ਉਹ ਕਿਹੜਾ ਸੀਗਾ, ਲਾਰਡ ਵਾਰਨ ਹੈਸਟਿੰਗ। ਠੀਕ ਹੈ, ਹੁਣ ਅੱਗੇ ਚੱਲਦੇ ਹਾਂ। ਅੱਗੇ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸੁਪਰੀਮ ਕੋਰਟ ਆਫ ਕੈਲਕਟਾ ਇਹਦੀ ਐਸਟੈਬਲਿਸ਼ਮੈਂਟ ਹੋਈ ਸੀ ਕਿਹਦੇ ਰੈਗੂਲੇਸ਼ਨ ਦੇ ਕਿਹੜੇ ਐਕਟ ਦੇ ਅੰਦਰ, ਰੈਗੂਲੇਸ਼ਨ ਐਕਟ ਆਫ 1773। ਸਭ ਤੋਂ ਪਹਿਲਾਂ ਜਿਹੜਾ ਸੁਪਰੀਮ ਕੋਰਟ ਹੈ ਕੈਲਕਟਾ ਦਾ ਉਹ ਬਣਾਇਆ ਗਿਆ ਸੀਗਾ। ਕਦੋਂ ਬਣਿਆ ਸੀਗਾ, 1773 'ਚ। ਹੁਣ ਇਸ ਦੇ ਅੰਡਰ ਕਿਆ ਸੀਗਾ, ਇੱਕ ਚੀਫ ਜਸਟਿਸ ਸੀਗਾ, 3 ਨਾਰਮਲ ਜੱਜ ਸੀਗੇ। ਠੀਕ ਹੈ, ਕੌਣ ਸੀਗੇ, ਇਹ ਕਿੱਥੇ ਹੋਏ ਸੀ, ਰੈਗੂਲੇਸ਼ਨ ਐਕਟ 1773 'ਚ ਸਭ ਤੋਂ ਪਹਿਲਾਂ ਕੈਲਕੱਤਾ 'ਚ ਇੱਕ ਸੁਪਰੀਮ ਕੋਰਟ ਬਣਿਆ ਸੀ। ਠੀਕ ਹੈ, ਹੁਣ ਅੱਗੇ ਕੀ ਹੈ, ਪ੍ਰੋਵੀਜ਼ਨ ਆਫ ਪ੍ਰਾਈਵੇਟ ਟ੍ਰੇਡ ਐਕਸੈਪਟਿੰਗ ਆਫ ਪ੍ਰੈਜ਼ੈਂਟਸ ਫਰੋਮ ਨੇਟਿਵਸ। ਉਹੀ ਗੱਲ ਆ ਗਈ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਕਿ ਜਦੋਂ ਬ੍ਰਿਟਿਸ਼ ਪਾਰਲੀਮੈਂਟ ਨੇ ਉੱਥੇ ਦੇਖਿਆ ਕਿ ਜਿੰਨੇ ਵੀ ਜਿਹੜੇ ਲੋਕ ਨੇ
ਭਾਰਤ ਦੇ ਅੰਦਰ ਜਾਂਦੇ ਨੇ ਕੰਪਨੀ ਦੇ ਜਿੰਨੇ ਵੀ ਅੱਗੇ ਇੱਕ ਲੀਡਰ ਹੁੰਦੇ ਨੇ ਹਨਾ ਕੰਪਨੀ ਚਲਾਉਣ ਲਈ ਕਿਵੇਂ ਜਿਵੇਂ ਆਪਾਂ ਇੱਕ ਮੈਨੇਜਮੈਂਟ ਦੇ ਬੰਦੇ ਹੁੰਦੇ ਨੇ ਓਨਰ ਹੁੰਦਾ ਕੰਪਨੀ ਦਾ ਉਹਦੇ EMPLOYEES ਹੁੰਦੇ ਨੇ ਸਾਰੇ ਬੜੇ ਅਮੀਰ ਹੁੰਦੇ ਜਾ ਰਹੇ ਨੇ ਕਿ ਵੀ ਚੱਕਰ ਕੀ ਹੈ ਉਹਨਾਂ ਨੂੰ ਇਹ ਪਤਾ ਕਰਨਾ ਸੀ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਤਾਂ ਟੈਕਸ ਚੋਰੀ ਕਰ ਰਹੇ ਨੇ ਤੇ ਜਿਹੜਾ ਜਿੰਨਾ ਕੁ ਅਸੀਂ ਇਹਨਾਂ ਉੱਤੇ ਟੈਕਸ ਲਾਇਆ ਉਸ ਤੋਂ ਜ਼ਿਆਦਾ ਤਾਂ ਇਹ ਕਮਾ ਲੈਂਦੇ ਨੇ ਤਾਂ ਜਿਹੜੀ ਪਾਰਲੀਮੈਂਟ ਸੀ ਉਹਨੇ ਕੀ ਕਰਤਾ ਪ੍ਰੋਹੀਬਿਸ਼ਨ ਦਾ ਮਤਲਬ ਹੁੰਦਾ ਰੋਕ ਲਾਣਾ ਠੀਕ ਹੈ ਉਹਨਾਂ ਨੇ ਰੋਕ ਲਾਤੀ ਕਿਤੇ ਕੰਪਨੀ ਦੇ ਪ੍ਰਾਈਵੇਟ ਟ੍ਰੇਡ ਤੇ ਕਿ ਤੁਸੀਂ ਆਪਣਾ ਕੋਈ ਵਪਾਰ ਨਹੀਂ ਕਰੋਗੇ ਉੱਥੇ ਜਾ ਕੇ ਨਾ ਤੁਸੀਂ ਕੋਈ ਉਪਹਾਰ ਲਓਗੇ ਨਾ ਤੁਸੀਂ ਕੋਈ ਕਰਪਸ਼ਨ ਕਰੋਗੇ ਨੇਟਿਵਸ ਤੋਂ ਨੇਟਿਵਸ ਕੌਣ ਹੋਏ ਇੰਡੀਅਨਸ ਰਾਜੇ ਉਰੇ ਦੇ ਜਾਂ ਕੋਈ ਵੀ ਨਾਰਮਲ ਲੋਕ ਕਿ ਤੁਸੀਂ ਜਿਵੇਂ ਆਪਾਂ ਇਹ ਕਹਿੰਦੇ ਸੀ ਨਾ ਕਿ ਉਰੋਂ ਕਾਟਨ ਲੈ ਜਾਂਦੇ ਸੀ ਉੱਥੇ ਜਾ ਕੇ ਕਾਟਨ ਜਿਹੜੀ ਉਹਦਾ ਫੈਬਰਿਕ ਬਣਾ ਕੇ ਫਿਰ ਉਰੇ ਹੀ ਵੇਚਣ ਆ ਜਾਂਦੇ ਸੀ ਜ਼ਿਆਦਾ ਰੇਟਾਂ ਤੇ ਤਾਂ ਉਹ ਜਿਹੜੀ ਕੰਪਨੀ ਦੇ ਉੱਤੇ ਜਿੰਨੇ ਵੀ ਚੀਜ਼ਾਂ ਸੀਗੀਆਂ ਇਹੀ ਜਿਹੀਆਂ ਜਿਹੜੇ ਉਹ ਪ੍ਰਾਈਵੇਟ ਰੇਟ ਕਰ ਰਹੇ ਸੀ ਹਨਾ ਐਕਸੈਪਟ ਕਰ ਰਹੇ ਸੀ ਪ੍ਰੈਜ਼ੈਂਟਸ ਨੇਟਿਵਸ ਤੋਂ ਸਭ ਜਿਹੜੀ ਪਾਰਲੀਮੈਂਟ ਸੀ ਗੌਰਮੈਂਟ ਸੀ ਇੰਗਲੈਂਡ ਦੀ ਬ੍ਰਿਟਿਸ਼ ਦੀ ਉਹਦੇ ਰੋਕ ਲਾਤੀ ਲੀਡਿੰਗ ਸਟਰੈਂਥਡ ਕੰਟਰੋਲ ਆਫ ਬ੍ਰਿਟਿਸ਼ ਗੌਰਮੈਂਟ ਓਵਰ ਦ ਕੰਟਰੀ ਹੁਣ ਕੀ ਹੋ ਰਿਹਾ ਸੀਗਾ ਕਿ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਪਾਰਲੀਮੈਂਟ ਸੀ ਨਾ ਇੰਗਲੈਂਡ ਦੀ ਉਹਨਾਂ ਨੇ ਜਦੋਂ ਇਹ ਪ੍ਰੋਹੀਬਿਸ਼ਨ ਲਾਈ ਜਦੋਂ ਉਹਨਾਂ ਨੇ ਰੋਕ ਲਾਈ ਤਾਂ ਜਿਹੜਾ ਉਹਦਾ ਕੰਟਰੋਲ ਹੈ ਉਹ ਕੰਪਨੀ ਦੇ ਉੱਤੇ ਜ਼ਿਆਦਾ ਹੋ ਗਿਆ ਉਹਨਾਂ ਨੇ ਕੰਪਨੀ ਨੂੰ ਆਪਣੇ ਕਾਬੂ 'ਚ ਕਰਨਾ ਸ਼ੁਰੂ ਕਰ ਲਿਆ ਕਿਹੜੀ ਕੰਪਨੀ ਨੂੰ ਈਸਟ ਇੰਡੀਆ ਕੰਪਨੀ ਨੂੰ ਕੋਰਟ ਆਫ ਡਾਇਰੈਕਟਰਸ ਅਗਲਾ ਪੁਆਇੰਟ ਕੋਰਟ ਆਫ ਡਾਇਰੈਕਟਰਸ ਗਵਰਨਿੰਗ ਬੋਡੀ ਆਫ ਕੰਪਨੀ ਟੂ ਰਿਪੋਰਟ ਔਨ ਇਟਸ ਰੈਵਨਿਊ ਸਿਵਿਕਸ ਐਂਡ ਮਿਲਟਰੀ ਅਫੇਅਰ ਇਨ ਇੰਡੀਆ ਟੂ ਦ ਬ੍ਰਿਟਿਸ਼ ਗੌਰਮੈਂਟ ਹੁਣ ਇਹਨਾਂ ਨੇ ਇੱਕ ਕੋਰਟ ਆਫ ਡਾਇਰੈਕਟਰਸ ਬਣਾਤੇ ਠੀਕ ਹੈ ਕੰਪਨੀ ਦੀ ਗਵਰਨਿੰਗ ਬੋਡੀ ਸੀ ਇਹ ਕੀ ਨਾਮ ਹੈ ਉਹਦਾ ਕੋਰਟ ਆਫ ਡਾਇਰੈਕਟਰਸ ਹੁਣ ਇਹ ਕੀ ਕਰਦੀ ਸੀ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਕਈ ਵਾਰ ਕਿ ਰੈਵਨਿਊ ਸਿਵਲ ਔਰ ਮਿਲਟਰੀ ਅਫੇਅਰਸ ਜਿਹੜੇ ਨੇ ਉਰੇ ਕੌਮਾ ਲਾ ਲਓ ਮੈਂ ਲਾਣਾ ਭੁੱਲ ਗਈ ਰੈਵਨਿਊ ਸਿਵਲ ਔਰ ਮਿਲਟਰੀ ਅਫੇਅਰਸ ਕੌਣ ਦੇਖਦਾ ਸੀਗਾ ਕੌਣ ਦੇਖਦਾ ਸੀ ਕੋਰਟ ਆਫ ਡਾਇਰੈਕਟਰਸ ਇੱਕ ਗਵਰਨਿੰਗ ਬੋਡੀ ਸੀ ਕੰਪਨੀ ਦੀ ਜਿਹੜੇ ਰੈਵਨਿਊ ਸਿਵਲ ਔਰ ਮਿਲਟਰੀ ਅਫੇਅਰਸ ਦੇਖਦੀ ਸੀ ਇੰਡੀਆ 'ਚ ਕਿਹਦੇ ਬ੍ਰਿਟਿਸ਼ ਗੌਰਮੈਂਟ ਜਿਹੜੀ ਉਰੇ ਸੀਗੀ ਉਹਨਾਂ ਦੇ ਠੀਕ ਹੈ ਔਰ ਇਹੀ ਸਾਰੀ ਰਿਪੋਰਟ ਬਣਾ ਕੇ ਦਿੰਦੀ ਸੀ ਠੀਕ ਹੈ ਸਮਝ ਆ ਗਈ ਗੱਲ ਕੋਰਟ ਆਫ ਡਾਇਰੈਕਟਰਸ ਇੱਕ ਗਵਰਨਿੰਗ ਬੋਡੀ ਸੀ ਕੰਪਨੀ ਦੀ ਜੋ ਰੈਵਨਿਊ ਸਿਵਲ ਔਰ ਮਿਲਟਰੀ ਅਫੇਅਰ ਦੇਖਦੀ ਸੀ ਇੰਡੀਆ ਦੀ ਉਹ ਬ੍ਰਿਟਿਸ਼ ਗੌਰਮੈਂਟ ਨੂੰ ਜਾ ਕੇ ਇਹਦੀ ਰਿਪੋਰਟ ਦਿੰਦੀ ਸੀ ਕਿ ਕੀ ਹੋ ਰਿਹਾ ਹੈ ਹੁਣ ਬ੍ਰਿਟਿਸ਼ ਪਾਰਲੀਮੈਂਟ ਗਵਰਨਮੈਂਟ ਉੱਥੇ ਦੀ ਉਹ ਵੀ ਆਉਣ ਲੱਗ ਗਈ ਸੀ ਨਾ ਦੇਖਣ ਲੱਗ ਗਈ ਸੀਗੀ ਕਿ ਭਾਰਤ 'ਚ ਕੀ ਕੀ ਇਵੈਂਟ ਹੋ ਰਹੇ ਨੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੀ ਰੈਵਨਿਊ ਮਤਲਬ ਟੈਕਸ ਕਿਵੇਂ ਆ ਰਿਹਾ ਸਿਵਲ ਕਿ ਉਰੇ ਦੇ ਆਪਸ 'ਚ ਬਿਹੇਵ ਕਹੇ ਜਾ ਰਾਜਿਆਂ ਦਾ ਹਨਾ ਕੀ ਹੋ ਰਿਹਾ ਹੈ ਕੰਪਨੀ ਨਾਲੇ ਕਿਵੇਂ ਵਰਤ ਰਹੇ ਨੇ ਇਹ ਸਾਰੀਆਂ ਚੀਜ਼ਾਂ ਔਰ ਮਿਲਟਰੀ ਤਾਂ ਉਹਨਾਂ ਨੇ ਡਿਪਿਊਟ ਕਰਨੀ ਸ਼ੁਰੂ ਕਰਤੀ ਸੀਗੀ ਕੰਟਰੋਲ ਕਰਨ ਲਈ ਕੰਪਨੀ ਨੂੰ ਵੀ ਤੇ ਭਾਰਤ ਨੂੰ ਵੀ ਕਿੰਨਾ ਨੇ ਇੰਗਲੈਂਡ ਦੇ ਪਾਰਲੀਮੈਂਟ ਨੇ ਤੇ ਉਹਦਾ ਨਾਮ ਕੀ ਸੀਗਾ ਕੋਰਟ ਆਫ ਡਾਇਰੈਕਟਰਸ ਇੱਕ ਗਰੁੱਪ ਸੀਗਾ ਮੈਂਬਰ ਸੀਗੇ ਉਸ 'ਚ ਉਹ ਗਵਰਨਿੰਗ ਬੋਡੀ ਸੀ ਚਲੋ ਅੱਗੇ ਚੱਲਦੇ ਹਾਂ ਮੇਰੇ ਖਿਆਲ ਅੱਜ ਦਾ ਟੌਪਿਕ ਇਹ ਇੰਨਾ ਕੀ ਹੈ ਹਾਂਜੀ ਬਿਲਕੁਲ ਇੰਨਾ ਕੀ ਹੈ ਛੋਟਾ ਜਿਹਾ ਰੈਗੂਲੇਸ਼ਨ ਐਕਟ ਆਫ 1773 ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਰਨਿੰਗ ਪੀਕ ਨੂੰ ਫॉर ਮੋਰ ਅਪਡੇਟਸ ਹੋ ਸਕਦਾ ਹੈ ਕਿ ਮੈਂ ਥੋੜੀ ਵੀਡੀਓਜ਼ ਹੋਰ ਜਲਦੀ ਲੈ ਕੇ ਆਵਾਂ ਮੇਰਾ ਥੋੜਾ ਗਲਾ ਠੀਕ ਨਹੀਂ ਹੈ ਨਹੀਂ ਤਾਂ ਮੈਂ ਰੋਜ਼ ਇੱਕ ਵੀਡੀਓ ਪਾਵਾਂ ਥੈਂਕ ਯੂ ਫॉर ਕੋਆਪਰੇਟਿੰਗ ਤੇ ਕੋਈ ਵੀ ਤੁਹਾਡਾ ਜਿਹੜਾ ਫੀਡਬੈਕ ਹੈ ਉਹ ਤੁਸੀਂ ਮੈਨੂੰ ਦੇ ਸਕਦੇ ਹੋ ਕਮੈਂਟਸ ਦੇ ਉੱਪਰ ਓਕੇ ਥੈਂਕ ਯੂ